को कहे आनंद गुरु ते जाने। कहते आनंद आनंद तो सारे कही जाते सी बाहर, आनंद तो अंदर आके ना जदों बाहर दे नालों नाता टुट गया, असी फिर शब्द गुरु दे नाल जुड़ गए। फिर शब्द गुरु तो जिहड़ा सानू आनंद आऊगा वो आनंद वखरा होएगा। दुनिया दे जिन्ने मर्जी सुख हंडा लीए, जिन्ने मर्जी सुख हंडा लीए, जिन्ना मर्जी ऐशो आराम कर लीए, पर जिहड़ा गुरमुखो अनहद बाणी वाला अंदर साडे गुरु ने आनंद देना ना, वो आनंद दा किते भी असी आनंद नहीं मान सकते। इसे करके फिर पातशाह गुरबाणी दे विच कहंदे आ, आनंद आनंद सब को कहे आनंद गुरु ते जाने। फिर उत्थे साडी बोल चाल चलनी देखनी तुरना फिरना सारा कुछ अलग हो जाता है। पातशाह ने सारा कुछ सानू गुरबाणी च दसदा, चाल भी कहता, तुरना भी कहता, बोलना भी कहता, देखना भी कहता। देखने तां वो भी प्यार दे नाल देखने, सुनने तां अनहद बाणी सुननी है, अनहद बाणी सुननी है। बोलने तां गुरमंत्र बोलने, तां गुरमंत्र बोलने। इस करके अपने आप नूं चेंज, जदों गुरमुख प्यारे भगती करते करते साडे विच ये चेंजिंग आउणी शुरू हो गई, तां समझ लो असी इस मार्ग ते ठिल पे, असी इस मार्ग ते चल पे। जिहड़ा हुण आपां स्टार्टिंग दे विच लैके ਚੱਲੇ सी कि लेब दा मार्ग दी निशानियां ते धात दे मार्ग दीयां निशानियां। हुण ਜਿਹੜੇ ਸਾਡੇ ਵਿੱਚ ਤ੍ਰੈ ਗੁਣਾਂ ਦੇ ਵਿਚਾਰ ਨੇ, ਰਜੋਗੁਣ ਤਮੋਗੁਣ ਤੇ ਸਤੋਗੁਣ। ਹੁਣ ਅਸੀਂ ਧਿਆਨ ਦੇਣਾ ਕਿ ਮੇਰੇ ਇਸ ਵੇਲੇ ਕਿੱਦਾਂ ਦੇ ਵਿਚਾਰ ਚੱਲ ਰਹੇ ਹੈ, ਕਿੱਦਾਂ ਦੀ ਗੁਰਮੁਖਾਂ ਦੇ ਨਾਲ ਵਾਰਤਾਲਾਪ ਹੋ ਰਿਹਾ ਹੈ, ਜਾਂ ਮੈਂ ਕੀ ਸੁਣ ਰਿਹਾ, ਕੀ ਮੈਂ ਸੋਚ ਰਿਹਾ। ਉੱਦਾਂ ਦੇ ਫਿਰ ਉਹ ਵਿਚਾਰਾਂ ਦੇ ਵਿੱਚੋਂ ਆਪਾਂ ਨੇ ਆਈਡੀਆ ਲਾ ਲੈਣਾ, ਜੱਜਮੈਂਟ ਲਾ ਲੈਣਾ कि ये विचार तमो गुण दे तां नहीं हैगे। जे तमो गुण दे विचार ने गुरमुख प्यारिओ, समझ लो आपां धात दे मार्ग ते चल पे। फिर आपां धात दे मार्ग ते चले हुए हैं। जे सतो गुण दे विचार ने, फिर आपां धात दे मार्ग ते नहीं आ। क्यों? सतो गुण ते सानू साडी मजबूरियां ने, मालिक ने जन्म दिता है, सानू खेड दिती है खेडण दे लई। ਇਹ ਖੇਡ ਖੇਡਣ ਦੇ ਲਈ ਰਜੋਗੁਣ ਤੇ ਸਤੋਗੁਣ ਤੇ ਆਉਣਾ ਆਪਣੀ ਮਜਬੂਰੀ ਹੈ ਸਾਰਿਆਂ ਦੀ। ਦਿਨ ਦੇ ਵੇਲੇ ਆਪਾਂ ਨੂੰ ਰਜੋਗੁਣ ਤੇ ਵੀ ਆਉਣਾ ਪਊਗਾ, ਸਤੋਗੁਣ ਤੇ ਵੀ ਆਉਣਾ ਪਊਗਾ, ਪਰ ਤਮੋ ਗੁਣ ਤੋਂ ਸਾਡਾ ਸਰ ਸਕਦਾ। ਕੀ ਹੋਇਆ 2-4 ਮਿੰਟ ਕਿਸੇ ਮਜਬੂਰੀ ਵਸ ਹੋ ਕੇ ਆਪਾਂ ਤਮੋ ਗੁਣ ਤੇ ਚਲੇ ਜਾਈਏ, ਪਰ ਉੱਥੇ ਅਸੀਂ ਆਸਣ ਨਹੀਂ ਲਾਉਣਾ ਹੁੰਦਾ, ਬਹਿਣਾ ਨਹੀਂ ਹੁੰਦਾ, ਉੱਥੇ ਜ਼ਿਆਦਾ ਸਵਾਸ ਨਹੀਂ ਖਰਾਬ ਕਰਨੇ ਹੁੰਦੇ। ਉੱਥੋਂ ਦਾ ਜਿਹੜਾ ਕਰਮ ਸੀ ਉਹ ਕਰਿਆ, ਉਹ ਕਰਮ ਕਰਕੇ ਵਾਪਸ ਰਜੋਗੁਣ ਤੇ ਸਤੋਗੁਣ ਤੇ ਆ ਗਏ। ਪਰ ਜਦੋਂ ਅਸੀਂ ਗੁਰਮੁਖੋ ਬਹਿ ਕੇ ਭਗਤੀ ਕਰਦੇ ਹਾਂ, ਬਹਿ ਕੇ ਭਗਤੀ ਕਰਦੇ ਹਾਂ, ਵਿਚਾਰ ਸੁਣਦੇ ਹਾਂ, ਉਸ ਵੇਲੇ ਆਪਾਂ ਨੇ ਤਿੰਨੇ ਥਾਂ ਤੇ ਨਹੀਂ ਜਾਣਾ। ਨਾ ਆਪਾਂ ਨੇ ਰਜੋਗੁਣ ਤੇ ਜਾਣਾ, ਨਾ ਸਤੋਗੁਣ ਤੇ ਜਾਣਾ, ਨਾ ਤਮੋਗੁਣ ਤੇ ਜਾਣਾ। ਉਸ ਵੇਲੇ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਚੌਥੇ ਪਦ ਤੇ ਚਲੇ ਜਾਈਏ। ਉੱਥੇ ਜੇ ਅਸੀਂ ਚੌਥੇ ਪਦ ਤੇ ਬਹਿ ਕੇ ਵਿਚਾਰ ਸੁਣਦੇ ਹਾਂ ਨਾ ਗੁਰਮੁਖੋ, ਸਾਡੇ ਸਾਰੇ ਹੀ ਸਵਾਸ ਜਿੰਨੇ ਅਸੀਂ 1 ਘੰਟੇ ਦੇ ਵਿੱਚ ਤਕਰੀਬਨ ਲਗਭਗ 1000 ਸਵਾਸ ਲੈਂਦੇ ਹਾਂ, ਤਾਂ ਸਮਝ ਲਓ ਅਸੀਂ ਸਾਰੇ ਹੀ ਸਵਾਸ ਮਾਲਕ ਦੇ ਨਿਰਗੁਣ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਵਾ ਸਕਦੇ ਹਾਂ। ਅਤੇ ਸਾਰੇ ਹੀ ਸਵਾਸਾਂ ਦੇ ਨਾਲ
ਅਸੀਂ ਕਰਜ਼ਾ ਵੀ ਲਾ ਸਕਦੇ ਹਾਂ, ਅਸੀਂ ਕਰਜ਼ੇ ਤੋਂ ਵੀ ਮੁਕਤ ਹੋ ਸਕਦੇ ਹਾਂ। ਇਸ ਕਰਕੇ ਥੋੜ੍ਹਾ ਜਿਹਾ ਆਪਾਂ ਦਿਮਾਗ ਨੂੰ ਹਾਜ਼ਰ ਰੱਖਿਆ ਕਰੀਏ, ਕਥਾ ਸਰਵਣ ਕਰਨ ਵੇਲੇ ਵੀ ਅਤੇ ਸਿਮਰਨ ਕਰਨ ਵੇਲੇ ਵੀ। ਕਿਉਂ? ਅਸੀਂ ਇੱਕ ਮਨ ਇੱਕ ਚਿੱਤ ਹੋ ਕੇ, ਇਕਾਗਰ ਹੋ ਕੇ ਜਦੋਂ ਕਥਾ ਸਰਵਣ ਕਰਾਂਗੇ, ਇੱਕ ਤਾਂ ਸਾਰੇ ਦਾ ਸਾਰਾ ਜੋ ਗੁਰਮੁਖਾਂ ਨੇ ਬੋਲਿਆ ਉਹ ਆਪਣੀ ਝੋਲੀ ਦੇ ਵਿੱਚ ਪੈ ਜਾਏਗਾ। ਕੋਈ ਵੀ ਐਦਾਂ ਦਾ ਪੁਆਇੰਟ ਨਹੀਂ ਛੁੱਟੇਗਾ ਕਿ ਜਿਹੜਾ ਸਾਥੋਂ ਛੁੱਟ ਜਾਵੇ, ਸਾਨੂੰ ਸਮਝ ਨਾ ਲੱਗੇ। ਇੱਕ ਦੂਜੀ ਗੱਲ, ਜਿੰਨੇ ਅਸੀਂ 1 ਘੰਟੇ ਦੇ ਵਿੱਚ ਸਵਾਸ ਲਏ ਸਾਡੇ ਸਫਲ ਹੋ ਗਏ। ਜੇ ਅਸੀਂ ਕਥਾ ਸਰਵਣ ਕਰਦੇ ਕਰਦੇ ਵਿਚਾਰਾਂ ਦੇ ਵਿੱਚ ਚਲੇ ਜਾਂਦੇ ਹਾਂ, ਸਾਡੀ ਹਾਜ਼ਰੀ ਨਹੀਂ ਮਨਜ਼ੂਰ ਹੋਣੀ, ਪਹਿਲੀ ਗੱਲ। ਦੂਜੀ ਗੱਲ, ਸਾਡੇ ਜਿੰਨੇ ਸਵਾਸਾਂ ਦੇ ਵਿੱਚ ਅਸੀਂ ਵਿਚਾਰ ਲਏ ਉਹ ਸਵਾਸ ਸਾਡੇ ਖੂਹ ਦੇ ਖਾਤੇ ਗਏ। ਉਹਨਾਂ ਸਵਾਸਾਂ ਦਾ ਸਾਨੂੰ ਹਿਸਾਬ ਕਿਤਾਬ ਦੇਣਾ ਪਊਗਾ। ਹੁਣ ਹਿਸਾਬ ਕਿਤਾਬ ਦੇਣ ਦੇ ਲਈ ਜਮਾਂ ਦੇ ਕੋਲੇ ਜਾਣਾ ਪਊਗਾ। ਜਦੋਂ ਅਸੀਂ ਜਮਾਂ ਦੇ ਕੋਲੇ ਚਲੇ ਗਏ, ਗੁਰਮੁਖ ਪਿਆਰਿਓ, ਫਿਰ ਸਮਝ ਲਓ ਸਾਨੂੰ ਕੋਈ ਛਡਾ ਨਹੀਂ ਸਕਦਾ। ਅਸੀਂ ਉਦੋਂ ਹੀ ਪਾਸ ਹੋ ਸਕਦੇ ਹਾਂ ਜਦੋਂ ਸਾਡਾ ਬਾਪੂ ਸਾਡੀ ਜ਼ਿੰਮੇਵਾਰੀ ਚੱਕ ਲੇ ਕਿ ਮੈਂ ਆਪਣੇ ਬੱਚਿਆਂ ਦਾ ਲੇਖਾ ਜੋਖਾ ਆਪ ਸਾਂਭੂਗਾ। ਮੇਰੇ ਬੱਚਿਓ, ਤੁਹਾਨੂੰ ਧਰਮਰਾਜ ਦੇ ਕੋਲੇ ਜਾਣ ਦੀ ਲੋੜ ਨਹੀਂ। ਬਾਪੂ ਗੁਰਮੁਖੋ ਉਦੋਂ ਆਪਣਾ ਲੇਖਾ ਜੋਖਾ ਸਾਂਭੂਗਾ, ਉਦੋਂ ਆਪਣੀ ਜਵਾਬਦਾਰੀ ਲਊਗਾ ਜਦੋਂ ਅਸੀਂ ਦੱਸੇ ਹੋਏ ਉਸ ਦੇ ਮਾਰਗ ਤੇ ਚੱਲਾਂਗੇ। ਜਦੋਂ ਆਪਾਂ ਧਾਤ ਦਾ ਮਾਰਗ ਨੂੰ ਛੱਡ ਕੇ ਨਾ ਹਰ ਘੜੀ ਹਰ ਵੇਲੇ ਲਿਵ ਦੇ ਮਾਰਗ ਤੇ ਚੱਲਾਂਗੇ ਨਾ, ਉੱਥੇ ਆਪਣਾ ਪਿਤਾ ਆਪਣੀ ਜਵਾਬਦਾਰੀ ਲੈ ਲੂਗਾ। ਜਦੋਂ ਆਪਣੇ ਪਿਤਾ ਨੇ ਜ਼ਿੰਮੇਵਾਰੀ ਲੈ ਲਈ ਤਾਂ ਗੁਰਮੁਖੋ ਮਜਬੂਰੀ ਬਸ ਹੋ ਕੇ ਧਰਮਰਾਜ ਨੂੰ ਕਾਗਜ਼ ਫਿਰ ਆਪਣੇ ਪਾੜਨੇ ਪੈਂਦੇ ਆ। ਮਜਬੂਰੀ ਬਸ ਹੋ ਕੇ ਪਾੜਨੇ ਪੈਂਦੇ ਆ। ਕਦੋਂ? ਜਦੋਂ ਸਾਡੇ ਬਾਪੂ ਨੇ ਸਾਡਾ ਲੇਖਾ ਆਪ ਸਮਝ ਲਿਆ। ਗੁਰਬਾਣੀ ਗੁਰੂ ਦਾ ਫਰਮਾਨ ਹੈ, ਧਰਮ ਰਾਏ ਦਰ ਕਾਗਜ਼ ਫਾੜੈ, ਜਨ ਨਾਨਕ ਲੇਖਾ ਸਮਝਾ। ਜਦੋਂ ਬਾਪੂ ਨੇ ਲੇਖਾ ਸਮਝ ਲਿਆ ਨਾ,